ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ ਐਮਪੀ ਬਣਾ ਕੇ ਘੱਲੇ ਹੈ 543 ਐਮਪੀ ਆ, ਉਹਦੇ 'ਚ ਅੱਧੇ ਕੁ ਤਕਰੀਬਨ ਸਾਡੇ ਜਿਹੜੇ ਵਿਰੋਧੀ ਹੈ ਉਹ ਹੁਣ ਸਾਡੇ ਨਾਲ ਆ। ਉਹਨਾਂ ਨੂੰ ਸਾਰਿਆਂ ਨੂੰ ਲੈਟਰ ਦਿੱਤੇ ਹੈ ਵੀ ਤੁਸੀਂ ਸੰਸਦ ਦੇ ਵਿੱਚ ਇਹਨਾਂ ਦਾ ਵਿਰੋਧ ਕਰਨਾ ਹੈ, ਇਹਨਾਂ ਨੂੰ ਕੋਈ ਬਿੱਲ ਪਾਸ ਨਹੀਂ, ਕੁਛ ਨਹੀਂ ਕਰਨ ਦੇਣਾ, ਸੰਸਦ ਚੱਲਣ ਨਹੀਂ ਦੇਣੀ। ਤੇ ਜੇ ਤੁਸੀਂ ਬਾਹਰ ਆ ਗਏ ਤਾਂ ਫਿਰ ਤੁਸੀਂ ਆਪਦਾ ਫਿਕਰ ਕਰ ਲਓ। ਹੁਣ ਜਿਹੜੇ ਅੰਦਰ ਸੰਸਦ ਹੈ ਉਹ ਕਿਸੇ ਵੀ ਪਾਰਟੀ ਦੇ ਹੁਣ ਉਹਨਾਂ ਨੂੰ ਇਹੀ ਇਤਲਾਹ ਸੀਗੀ, ਪਹਿਲਾਂ ਇਹੀ ਕਿਹਾ ਸੀਗਾ ਵੀ ਜੇ ਤੁਸੀਂ ਉੱਤੇ ਸੈਸ਼ਨ 'ਚ ਆਵਾਜ਼ ਨਾ ਚੱਕੀ ਤਾਂ ਤੁਹਾਡਾ ਵਿਰੋਧ ਵੀ ਉਦਾਂ ਹੀ ਹੋਊਗਾ ਜਿੱਦਾਂ ਕਿ ਆਮ ਬੀਜੇਪੀ ਦਾ ਪੰਜਾਬ 'ਚ ਹੋ ਰਿਹਾ। ਜਦੋਂ ਇਹ ਪ੍ਰਾਈਵੇਟ ਸੈਕਟਰ 'ਚ ਚਲੀ ਗਈ ਖੇਤੀ ਤਾਂ ਮਨਮਰਜ਼ੀ ਦੇ ਜਿਸ ਤਰ੍ਹਾਂ ਜੀਓ ਨੇ ਪਹਿਲਾਂ ਸਾਨੂੰ ਨੈੱਟ ਫਰੀ ਦਿੱਤੇ ਨੇ, ਬਾਅਦ 'ਚ ਇਸੇ ਤਰ੍ਹਾਂ ਹੀ ਇਹ ਬਾਅਦ 'ਚ ਹੁਣ ਕਿੰਨਾ ਮਹਿੰਗਾ ਦਿੰਦੇ ਨੇ। ਇਸ ਤਰ੍ਹਾਂ ਪਹਿਲਾਂ ਸਾਨੂੰ 100 150 ਰੁਪਇਆ ਵੱਧ ਵੀ ਦੇਣਗੇ। ਕਿਉਂ ਦੇਣਗੇ? ਕਿਉਂਕਿ ਉੱਥੋਂ ਜਿਹੜਾ ਉਹਨਾਂ ਨੂੰ ਤੇ ਟੈਕਸ ਜਿਹੜਾ 8% ਹੈ ਮੰਡੀ ਮਾਰਕੀਟ ਉਹ ਹੈ ਹੀ ਨਹੀਂ ਉਹਨਾਂ ਨੂੰ। ਫਿਰ ਵੀ ਜੇ ਸਾਨੂੰ 100 ਰੁਪਏ ਵੱਧ ਦੇਣ ਤਾਂ ਵੀ ਅੱਜ ਦੇ ਕਣਕ ਦੇ ਭਾਅ ਤੋਂ ਉਹਨਾਂ ਨੂੰ 64 65 ਰੁਪਏ ਬਚਦੇ ਨੇਗੇ। ਤਾਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਿਹੜੀ ਜੰਤਰ ਮੰਤਰ ਦੇ ਵਿੱਚ ਸੰਸਦ ਲਾਈ ਗਈ ਹੈ, ਅੱਜ ਉਹਦਾ ਦੂਜਾ ਦਿਨ ਹੈ ਤੇ ਦੂਜੇ ਦਿਨ ਦੇ ਵਿੱਚ ਟੀ ਬ੍ਰੇਕ ਇਸ ਵੇਲੇ ਚੱਲ ਰਿਹਾ ਹੈ। ਤੁਸੀਂ ਵੇਖ ਰਹੇ ਹੋਵੋਗੇ ਕਿ ਹੁਣ ਕਿਸਾਨ ਇਸ ਵੇਲੇ ਚਾਹ ਪੀ ਰਹੇ ਨੇ, ਠੀਕ ਉਸੇ ਤਰ੍ਹਾਂ ਜਿਸ ਤਰੀਕੇ ਦੇ ਨਾਲ ਟੀ ਬ੍ਰੇਕ ਜਿਹੜਾ ਹੈਗਾ ਸੰਸਦ ਦੇ ਵਿੱਚ ਚੱਲਦਾ ਹੈ। ਕਿਸਾਨ ਸੰਸਦ ਦੇ ਵਿੱਚ ਆਏ ਹੋ ਤੁਸੀਂ ਇਸ ਵੇਲੇ, ਇਸ ਸੰਸਦ ਦੇ ਵਿੱਚ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਸੰਸਦ ਤੱਕ ਚੁੱਕਣ ਦੀ ਕੋਸ਼ਿਸ਼? ਜਿਹੜੇ 3 ਕਾਲੇ ਕਾਨੂੰਨ ਨੇ ਜੋ ਖੇਤੀ ਦੇ ਵਿਰੋਧੀ ਨੇ, ਇਕੱਲੇ ਕਿਸਾਨ ਵਿਰੋਧੀ ਨਹੀਂ, ਉਹ 90% ਲੋਕਾਂ ਦੇ ਵਿਰੁੱਧ ਨੇ। ਜਿਹਨੇ ਅਨਾਜ ਖਾਣਾ, ਜਿਹਨੇ 3 ਡੰਗ ਰੋਟੀ ਖਾਣੀ ਹੈ, ਆਪਦਾ ਪੇਟ ਭਰਨਾ, ਉਹ ਸਾਰਿਆਂ ਦੇ ਵਿਰੁੱਧ ਨੇ। ਜਦੋਂ ਇਹ ਪ੍ਰਾਈਵੇਟ ਸੈਕਟਰ 'ਚ ਚਲੀ ਗਈ ਖੇਤੀ ਤਾਂ ਮਨਮਰਜ਼ੀ ਦੇ ਜਿਸ ਤਰ੍ਹਾਂ ਜੀਓ ਨੇ ਪਹਿਲਾਂ ਸਾਨੂੰ ਨੈੱਟ ਫਰੀ ਦਿੱਤੇ ਨੇ, ਬਾਅਦ 'ਚ ਇਸੇ ਤਰ੍ਹਾਂ ਹੀ ਇਹ ਬਾਅਦ 'ਚ ਹੁਣ ਕਿੰਨਾ ਮਹਿੰਗਾ ਦਿੰਦੇ ਨੇ। ਇਸ ਤਰ੍ਹਾਂ ਪਹਿਲਾਂ ਸਾਨੂੰ 100 150 ਰੁਪਇਆ ਵੱਧ ਵੀ ਦੇਣਗੇ। ਕਿਉਂ ਦੇਣਗੇ? ਕਿਉਂਕਿ ਉੱਥੋਂ ਜਿਹੜਾ ਉਹਨਾਂ ਨੂੰ ਤੇ ਟੈਕਸ ਜਿਹੜਾ 8% ਹੈ ਮੰਡੀ ਮਾਰਕੀਟ ਉਹ ਹੈ ਹੀ ਨਹੀਂ ਉਹਨਾਂ ਨੂੰ। ਫਿਰ ਵੀ ਜੇ ਸਾਨੂੰ 100 ਰੁਪਏ ਵੱਧ ਦੇਣ ਤਾਂ ਵੀ ਅੱਜ ਦੇ ਕਣਕ ਦੇ ਭਾਅ ਤੋਂ ਉਹਨਾਂ ਨੂੰ 64 65 ਰੁਪਏ ਬਚਦੇ ਨੇਗੇ, 100 ਵੱਧ ਦੇ ਕੇ ਵੀ MSP ਨਾਲੋਂ। ਇਸ ਕਰਕੇ ਇਹ ਕਾਲੇ ਕਾਨੂੰਨ ਉਹ ਜ਼ਖੀਰੇਬਾਜ਼ਾਂ ਵਾਸਤੇ ਜਦੋਂ ਆਏ ਨਾ, ਇਹ ਉਸ ਤੋਂ ਬਾਅਦ ਜਦੋਂ ਮੋਨੋਪੋਲੀ ਇਹਨਾਂ ਦੀ ਹੋ ਗਈ ਤਾਂ ਇਹੀ ਸਾਨੂੰ 150 ਰੁਪਏ ਕਿਲੋ ਕਣਕ ਮਿਲਿਆ ਕਰੂ, ਆਟਾ ਮਿਲਿਆ ਕਰੂ। ਇਸ ਕਰਕੇ ਇਹ ਸਾਰਿਆਂ ਦੇ ਜਿੰਨਾ ਚਿਰ ਇਹ ਵਾਪਸ ਨਹੀਂ ਹੁੰਦੇ ਅਸੀਂ ਇੱਥੋਂ ਜਾਂਦੇ ਨਹੀਂ। ਤੇ ਲਗਾਤਾਰ ਜਿਸ ਤਰੀਕੇ ਨਾਲ ਇਸ ਵੇਲੇ ਟੀ ਬ੍ਰੇਕ ਚੱਲ ਰਹੀ ਹੈ, ਚਾਹ ਮਿੱਠੀ ਹੁੰਦੀ ਹੈ, ਲੱਗਦਾ ਹੈ ਕਿ ਮਿੱਠਾ ਵੀ ਹੁਣ ਛੇਤੀ ਤੁਹਾਡੇ ਮੂੰਹ ਦੇ ਵਿੱਚ ਪੈ ਜਾਊਗਾ ਜਿਸ ਤਰੀਕੇ ਨਾਲ ਲਗਾਤਾਰ ਤੁਹਾਡੀ ਇੱਕ ਮੰਗ ਹੈਗੀ ਹੈ। ਜਿਵੇਂ ਚਾਹ ਮਿੱਠੀ ਲੱਗਦੀ ਹੈ, ਤੁਸੀਂ ਕਹਿੰਦੇ ਮਿੱਠਾ ਵੀ ਛੇਤੀ ਮੂੰਹ 'ਚ ਪੈ ਜਾਊਗਾ। ਗੁਰੂ ਮਹਾਰਾਜ ਸਾਡੇ ਨਾਲ ਹੈ। ਇਹ ਜਿਹੜੇ 3 ਕਾਲੇ ਕਾਨੂੰਨ ਇਹਨਾਂ ਨੂੰ ਹੁਣ ਰੱਦ ਕਰਨੇ ਪੈਣੇ ਆ। ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡੇ ਐਮਪੀ ਬਣਾ ਕੇ ਘੱਲੇ ਹੈ 543 ਐਮਪੀ ਆ, ਉਹਦੇ 'ਚ ਅੱਧੇ ਕੁ ਤਕਰੀਬਨ ਸਾਡੇ ਜਿਹੜੇ ਵਿਰੋਧੀ ਹੈ ਉਹ ਹੁਣ ਸਾਡੇ ਨਾਲ ਆ। ਉਹਨਾਂ ਨੂੰ ਸਾਰਿਆਂ ਨੂੰ ਲੈਟਰ ਦਿੱਤੇ ਹੈ ਵੀ ਤੁਸੀਂ ਸੰਸਦ ਦੇ ਵਿੱਚ ਇਹਨਾਂ ਦਾ ਵਿਰੋਧ ਕਰਨਾ ਹੈ, ਇਹਨਾਂ ਨੂੰ ਕੋਈ ਬਿੱਲ ਪਾਸ ਨਹੀਂ, ਕੁਛ ਨਹੀਂ ਕਰਨ ਦੇਣਾ, ਸੰਸਦ ਚੱਲਣ ਨਹੀਂ ਦੇਣੀ। ਤੇ ਜੇ ਤੁਸੀਂ ਬਾਹਰ ਆ ਗਏ ਤਾਂ ਫਿਰ ਤੁਸੀਂ ਆਪਦਾ ਫਿਕਰ ਕਰ ਲਓ। ਜਿਹੜੀ ਬੀਜੇਪੀ ਸਰਕਾਰ ਨਾਲ ਉਵੇਂ ਤੁਹਾਡੇ ਨਾਲ ਹੋਊਗੀ। ਤੇ ਜਿਹੜੇ ਕਾਨੂੰਨ ਹੈ ਹੁਣ ਇਹ ਰੱਦ ਕਰਾ ਕੇ ਜਾਵਾਂਗੇ, ਉਹਨਾਂ ਚਿਰ ਜਾਂਦੇ ਨਹੀਂ। ਆਹ ਵੇਲਾ ਕਿਸਾਨਾਂ ਦੀ ਅੱਜ ਤੱਕ ਪਾਰਲੀਮੈਂਟ ਸੁਣੀ ਸੀ, पहली बार होया। आपकी उम्र 20-25 साल होएगी, मेरी उम्र 50 साल है। पहली बार होया किसानों की ਜਿਹੜੀ पार्लियामेंट चलती है, संसद के बराबर चलती है। ये जीता किसाना की चलेगी। ਤੇ ਲਗਾਤਾਰ ਇਸ ਤੋਂ ਪਹਿਲਾਂ ਜਦੋਂ ਕਿਸਾਨ ਤੁਸੀਂ ਦਿੱਲੀ ਆਉਣਾ ਚਾਹੁੰਦੇ ਸੀਗੇ ਉਸ ਵੇਲੇ ਤੁਹਾਨੂੰ ਬੁਰਾੜੀ ਵਾਲਾ ਮੈਦਾਨ ਦਿੱਤਾ ਜਾ ਰਿਹਾ ਸੀਗਾ, ਲੇਕਿਨ ਅੱਜ ਤੁਸੀਂ ਜੰਤਰ ਮੰਤਰ ਦੇ ਵਿੱਚ ਪਹੁੰਚ ਗਏ ਹੋ। ਕੀ ਫਰਕ ਲੱਗਦਾ ਹੈ ਬੁਰਾੜੀ ਵਾਲੇ ਦੇ ਵਿੱਚ ਜੰਤਰ ਮੰਤਰ ਦੇ ਵਿੱਚ ਆਉਣ ਦੇ ਨਾਲ? ਕਿਉਂਕਿ ਜਿਹੜਾ ਉਦੋਂ ਅੰਦੋਲਨ ਸੀ ਨਾ, ਜਦੋਂ 26 ਨਵੰਬਰ ਨੂੰ ਅਸੀਂ ਸੰਭੂ ਤੋਂ ਇੱਥੇ ਆਏ ਸੀਗੇ, ਉਦੋਂ ਅੰਦੋਲਨ ਜਿਹੜਾ ਸੀਗਾ ਬੜੇ ਸਪੀਡ ਨਾਲ, ਬੜੇ ਫਾਸਟ ਮੂਵਮੈਂਟ ਨਾਲ, ਜਿਵੇਂ ਬੈਰੀਕੇਡ ਤੋੜਦੇ ਆਪਾਂ ਉਸ ਹਿਸਾਬ ਨਾਲ ਆਏ ਸੀਗੇ। ਜਦੋਂ ਇਹਨਾਂ ਨੇ ਉੱਥੇ ਜਾ ਕੇ ਇੱਕ ਪਲਾਨ ਬਣਾਇਆ ਸੀਗਾ ਵੀ ਜਿਹੜੇ ਸਾਰੇ ਕਿਸਾਨ ਜਿੰਨੇ ਕੁ ਵੀ ਆਉਂਦੇ ਆ ਇਹਨਾਂ ਨੂੰ ਉੱਥੇ ਕਵਰ ਕੀਤਾ ਜਾਵੇ, ਇਸ ਲਈ ਉਹ ਬਰਾੜੀ ਗਰਾਊਂਡ ਇਹਨਾਂ ਨੇ ਦੇਣ ਦਾ ਐਲਾਨ ਕੀਤਾ ਸੀ। ਪਰ ਸਾਡੇ ਸੂਝਵਾਨ ਆਗੂਆਂ ਨੇ ਉੱਥੇ ਹੀ ਬਹਿਣ ਦਾ ਐਲਾਨ ਕੀਤਾ ਵੀ ਅਸੀਂ ਉਹ ਰੋਡ 'ਤੇ ਹੀ ਬੈਠਾਂਗੇ ਤੇ ਉਹਨੂੰ ਜਾਮ ਕਰਾਂਗੇ। ਪਰ ਅੱਜ ਜਦੋਂ ਇਹਨਾਂ ਦੇ ਗਲ ਦੀ ਇੱਕ ਹੱਡੀ ਬਣ ਚੁੱਕੇ ਆ, ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਕਾਨੂੰਨ ਹੈ ਇਹ ਰੱਦ ਦਾ ਇਹਨਾਂ ਨੂੰ ਕਰਾ ਕੇ ਹਟਣਾ ਹੈ। ਕਿਉਂਕਿ ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਸੀਗਾ ਵੀ ਕਿਸਾਨ ਇੰਨਾ ਲੰਮਾ ਸੰਘਰਸ਼ ਕਰਨਗੇ, ਕਿਉਂਕਿ ਅੱਜ 8 ਮਹੀਨੇ ਲਗਭਗ ਹੋ ਗਏ ਆ ਦਿੱਲੀ ਬੈਠਿਆਂ ਨੂੰ। ਸੋ ਅੱਜ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਹੈ, ਇੱਕ ਇਤਿਹਾਸਕ ਗੱਲ ਹੈ ਕਿ ਕੱਲ੍ਹ ਤੋਂ ਜਿਹੜਾ ਸੈਸ਼ਨ ਸ਼ੁਰੂ ਹੋਇਆ, ਇੱਥੇ ਕਦੇ ਇਤਿਹਾਸ 'ਚ ਇਹ ਮੈਨੂੰ ਨਹੀਂ ਲੱਗਦਾ ਪਹਿਲਾਂ ਕਦੇ ਹੋਇਆ ਹੋਣਾ, ਨਾ ਹੀ ਸ਼ਾਇਦ ਅੱਗੇ ਆਉਣ ਦੀ ਉਮੀਦ ਆ। ਜਿਹੜਾ ਕਿਸਾਨਾਂ ਦਾ ਆਪਣਾ ਸੰਸਦ ਹੈ ਉਹ ਨਾਲ ਪਾਰਲੀਮੈਂਟ ਦੇ ਬਰਾਬਰ ਤੁਰ ਰਿਹਾ ਤੇ ਉਹ 'ਚ ਉੱਦਾਂ ਹੀ ਬਹਿਸ ਹੋ ਰਹੀ ਹੈ। ਇਹ 'ਚ ਸਭ ਤੋਂ ਵੱਡਾ ਮੈਸੇਜ ਇਹ ਕਿਹਾ ਗਿਆ ਕਿਉਂਕਿ ਇਹ ਉਹ ਸੰਸਦਾਂ ਨੂੰ ਚੇਤਾਵਨੀ ਆ, ਜਿਵੇਂ ਅਸੀਂ ਬੀਜੇਪੀ ਤੁਸੀਂ ਦੇਖਿਆ ਪੰਜਾਬ 'ਚ ਜਾਂ ਕਿਤੇ ਹਰਿਆਣੇ 'ਚ ਇਹਨਾਂ ਦਾ ਜਹਾਜ਼ ਤੱਕ ਇਹਨਾਂ ਦਾ ਲੈਂਡ ਨਹੀਂ ਹੋਣ ਦਿੱਤਾ, ਕਿਤੇ ਇਹਨਾਂ ਦੀ ਮੀਟਿੰਗ ਨਹੀਂ ਹੋਣ ਦਿੱਤੀ। ਤਾਂ ਹੁਣ ਜਿਹੜੇ ਅੰਦਰ ਸੰਸਦ ਹੈ ਉਹ ਕਿਸੇ ਵੀ ਪਾਰਟੀ ਦੇ ਹੁਣ ਉਹਨਾਂ ਨੂੰ ਇਹੀ ਇਤਲਾਹ ਸੀਗੀ, ਪਹਿਲਾਂ ਇਹੀ ਕਿਹਾ ਸੀਗਾ ਵੀ ਜੇ ਤੁਸੀਂ ਉੱਤੇ ਸੈਸ਼ਨ 'ਚ ਆਵਾਜ਼ ਨਾ ਚੱਕੀ ਤਾਂ ਤੁਹਾਡਾ ਵਿਰੋਧ ਵੀ ਉਦਾਂ ਹੀ ਹੋਊਗਾ ਜਿੱਦਾਂ ਕਿ ਆਮ ਬੀਜੇਪੀ ਦਾ ਪੰਜਾਬ 'ਚ ਹੋ ਰਿਹਾ।
ਜਿਸ ਤਰੀਕੇ ਨਾਲ ਲਗਾਤਾਰ ਵਿਰੋਧੀ ਧਿਰਾਂ ਦਾ ਤੁਸੀਂ ਵਿਰੋਧ ਕਰ ਰਹੇ ਹੋ, ਬੀਜੇਪੀ ਦਾ ਬਹੁਤ ਤਕੜਾ ਵਿਰੋਧ ਹੋਇਆ ਹੈ ਇਹਨਾਂ ਸਾਰਿਆਂ ਦੇ ਵਿਚਾਲੇ ਅੱਜ ਕਿਸਾਨ ਸੰਸਦ ਹੈ, ਲੱਗਦਾ ਹੈ ਕਿ ਆਵਾਜ਼ ਸੁਣੀ ਜਾਊਗੀ? ਜੇਕਰ ਨਹੀਂ ਸੁਣੀ ਜਾਂਦੀ ਤੁਹਾਡੀ ਆਵਾਜ਼, ਫਿਰ ਅੱਗੇ ਕੀ ਰੂਪਰੇਖਾ ਹੋਵੇਗੀ? ਦੇਖੋ ਬਿਲਕੁਲ ਦੇਖੋ ਇਹਦਾ ਜਿਹੜਾ ਪ੍ਰਭਾਵ ਆ ਬਹੁਤ ਵੱਡਾ ਪ੍ਰਭਾਵ ਜਿਹੜਾ ਹੈ ਉਹ ਪੈਣੇ ਵਾਲਾ ਆ, ਕਿਉਂਕਿ ਪਹਿਲਾਂ ਕਿਸਾਨਾਂ ਨੂੰ ਅੱਤਵਾਦੀ ਵੀ ਕਿਹਾ ਗਿਆ, ਮਾਓਵਾਦੀ ਵੀ ਕਿਹਾ ਗਿਆ, ਉਹਨਾਂ ਨੂੰ ਪਿੱਛੇ ਰੋਕਿਆ ਗਿਆ। ਕੋਸ਼ਿਸ਼ ਸੀਗੀ ਸਰਕਾਰ ਦੀ ਕਿ ਇਹਨੂੰ ਪੰਜਾਬ ਤੋਂ ਹਰਿਆਣੇ ਜਦੋਂ ਐਂਟਰ ਹੋਣ ਦਿੱਤਾ ਜਾਵੇ। ਕਿਸਾਨਾਂ ਨੂੰ ਇੱਕ ਬੜਾ ਇੱਕ ਵੱਖਰੇ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਸਰਕਾਰ ਨੇ ਉਹਨਾਂ ਨੂੰ ਪੇਸ਼ ਕੀਤਾ ਲੋਕਾਂ ਦੇ ਸਾਹਮਣੇ ਕਿ ਇਹ ਅੱਤਵਾਦੀ ਆ ਰਹੇ ਆ, ਤੇ ਲੋਕਾਂ ਨੂੰ ਡਰਾਇਆ ਗਿਆ। ਆਖਰ ਜਦੋਂ ਉਹਨਾਂ ਨੇ ਗਾਂਹ ਆਉਣ ਦੀ ਕੋਸ਼ਿਸ਼ ਕੀਤੀ ਦਿੱਲੀ ਦੇ ਉੱਥੇ ਰੋਕ ਦਿੱਤਾ ਗਿਆ। ਤੇ ਜਿਹੜਾ ਹੁਣ ਦੀ ਜਿਹੜੀ ਅੱਜ ਦੀ ਜਿਹੜੀ ਹੈਗੀ ਆ, ਇਹ ਇੱਕ ਕਿਸਾਨਾਂ ਦੀ ਇੱਕ ਬਹੁਤ ਵੱਡੀ ਇਹ ਪ੍ਰਾਪਤੀ ਹੈ ਕਿ ਇਹ ਸੰਸਦ ਦੇ ਬਰਾਬਰ ਦੇ ਉੱਤੇ ਆਪਣੀ ਸੰਸਦ ਲਾਈ ਹੈ। ਔਰ ਇਹਦਾ ਇੱਕ ਫਰਕ ਹੈ। ਔਰ 550 550 ਮੈਂਬਰ ਹੋਣ ਦੇ ਬਾਵਜੂਦ ਜਿਹੜੀ ਸੰਸਦ ਸਾਡੀ ਹਿੰਦੁਸਤਾਨ ਦੀ ਜਿਹੜੀ ਸੰਸਦ ਹੈ ਉਹਦੇ 'ਚ ਗਿਣਤੀ ਬੜੀ ਮੁਸ਼ਕਿਲ ਨਾਲ 100 ਦੇ ਕਰੀਬ ਪਹੁੰਚਦੀ ਆ। ਔਰ ਅੱਜ ਜਿਹੜਾ ਸਾਡੇ ਜਥੇਬੰਦੀਆਂ ਨੇ ਫੈਸਲਾ ਲਿਆ ਇਹ ਕਿ 200 ਜਿਹੜਾ ਸੰਸਦ ਹੈਗਾ ਕਿਸਾਨਾਂ ਦਾ ਉਹ ਸੰਸਦ ਵਿੱਚ ਜਾਏਗਾ। ਔਰ ਪੂਰਾ 200 ਦਾ 200 ਹੈ, 200 ਤੇ ਇੱਕ ਵਧਿਆ ਨਹੀਂ ਹੈ, 200 ਤੇ ਇੱਕ ਘਟਿਆ ਨਹੀਂ ਹੈ। ਔਰ ਇਹ ਜਿਹੜਾ ਪੂਰਾ ਡਿਸਿਪਲਿਨ ਹੈ, ਇਹ ਹਿੰਦੁਸਤਾਨ ਦੀ ਜਿਹੜੀ ਪਾਰਲੀਮੈਂਟ ਆ, ਜਿਹੜੀ ਸੰਸਦ ਹੈ, ਉਹਦੇ ਵਾਸਤੇ ਇੱਕ ਸ਼ੀਸ਼ਾ ਹੈ। ਉਹਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿਸਾਨ ਕਿ ਅਸਲ ਸੰਸਦ ਜਿਹੜੀ ਆ ਇਸ ਤਰ੍ਹਾਂ ਦੀ ਹੁੰਦੀ ਹੈ। ਹਾਂ, ਉਹਦਾ ਫਰਕ ਪਏਗਾ। ਤਾਂ ਲਗਾਤਾਰ ਜਿਸ ਤਰੀਕੇ ਨਾਲ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਾਂ, ਕਿਸਾਨਾਂ ਨੂੰ ਇਸ ਵੇਲੇ ਟੀ ਬ੍ਰੇਕ ਦੇ ਦੌਰਾਨ ਚਾਹ ਪਿਲਾ ਰਹੇ ਨੇ। ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿਸਾਨ ਜਿਸ ਮੁੱਦੇ ਨਾਲ ਇੱਥੇ ਆਏ ਨੇ, ਮੋਦੀ ਸਰਕਾਰ ਇਹਨਾਂ ਦੀ ਆਵਾਜ਼ ਨਹੀਂ ਸੁਣ ਰਹੀ, ਕਿਉਂਕਿ ਲਗਾਤਾਰ ਕਈ ਚਿੱਠੀਆਂ ਲਿਖੀਆਂ, ਕਈ 11 ਗੇੜਿਆਂ ਦੀ ਗੱਲਬਾਤ ਵੀ ਹੋਈ ਹੈ। ਜਨਵਰੀ ਤੋਂ ਗੱਲਬਾਤ ਬੰਦ ਹੈ, 8 ਮਹੀਨੇ ਦਾ ਸਮਾਂ ਹੋਣ ਵਾਲਾ ਹੈ। ਹੁਣ 26 ਤਰੀਕ ਨੂੰ ਪੰਜਾਬ ਦੇ ਵਿੱਚ 10 ਮਹੀਨੇ ਦਾ ਸਮਾਂ ਹੋ ਜਾਊਗਾ। ਕੀ ਲੱਗਦਾ ਇਸ ਸਾਰੀ ਚੀਜ਼ਾਂ ਦੇ ਆਖਰ ਮੋਦੀ ਸਰਕਾਰ ਗੱਲਬਾਤ ਕਿਉਂ ਨਹੀਂ ਸੁਣ ਰਹੀ? ਕਿ ਤਾਨਾਸ਼ਾਹੀ ਹੋ ਚੁੱਕੀ ਹੈ? ਵੇਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਸਾਡੀ ਡਿਊਟੀ ਲੱਗੀ ਆ ਚਾਹ ਦੇ ਲੰਗਰ ਦੀ ਸੇਵਾ ਬੰਗਲਾ ਸਾਹਿਬ ਗੁਰਦੁਆਰਾ ਕਾਰ ਸੇਵਾ ਤੋਂ ਆ ਰਹੇ ਹਾਂ ਅਸੀਂ। ਤੇ ਜਿੰਨਾ ਚਿਰ ਵੀ ਅੰਦੋਲਨ ਚੱਲੇਗਾ ਲੰਗਰ ਚੱਲੇਗਾ ਇਹਨਾਂ ਵਾਸਤੇ। ਅਸੀਂ ਤਾਂ ਲੰਗਰ ਦੀ ਸੇਵਾ ਕਰਨੀ, ਲੰਗਰ ਕਰੀ ਜਾਣਾ, ਬਾਕੀ ਇਹਨਾਂ ਦੀ ਡਿਊਟੀ ਇਹ ਕਰਨਗੇ। ਤੁਸੀਂ ਕਿਸਾਨਾਂ ਦੇ ਨਾਲ ਪੂਰਾ ਖੜੇ ਹੋ? ਹਾਂ, ਪੂਰੇ ਨਾਲ ਖੜੇ ਆ। ਲੰਗਰ ਚੱਲ ਰਿਹਾ ਸਾਡਾ, ਟਿਗਰੀ ਬਾਰਡਰ ਲੰਗਰ ਚੱਲ ਰਿਹਾ, ਗਾਜੀਪੁਰ ਬਾਰਡਰ ਲੰਗਰ ਚੱਲ ਰਿਹਾ, ਸਿੰਘੂ ਬਾਰਡਰ ਦੇ ਲੰਗਰ ਚੱਲ ਰਿਹਾ ਸਾਡਾ ਜੀ। ਹਾਂਜੀ, ਅਸੀਂ ਲੰਗਰ ਤਾਂ ਇਹ ਸਨ ਕਿਸਾਨ ਆਗੂ ਨਾਲ ਗੱਲਬਾਤ ਕੀਤੀ ਕਿ ਆਖਰ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜਾ ਹੈਗਾ ਇੱਕ ਮੁੱਦਾ ਸਭ ਤੋਂ ਜ਼ਿਆਦਾ ਇੱਥੇ ਭਖਿਆ ਹੋਇਆ ਕਿ ਆਖਰ ਕਿਸ ਤਰੀਕੇ ਦੇ ਨਾਲ ਆਪਣੀ ਆਵਾਜ਼ ਜਿਹੜੀ ਹੈਗੀ ਉਹ ਸੰਸਦ ਤੱਕ ਚੁੱਕਣਗੇ। ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿਚਾਲੇ ਕਿਸਾਨਾਂ ਨਾਲ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਸਾਫ਼ ਤੌਰ ਤੇ ਕਹਿੰਦੇ ਕਿ ਜਦ ਤੱਕ 3 ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਹ ਵਾਪਸ ਨਹੀਂ ਜਾਣਗੇ। ਸਾਫ਼ ਤੌਰ ਤੇ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਕਿਸਾਨਾਂ ਤੇ ਸਰਕਾਰਾਂ ਵਿਚਾਰੇ ਗੱਲਬਾਤ ਵੀ ਹੋਵੇ, ਲੇਕਿਨ ਏਜੰਡਾ ਉੱਥੇ 3 ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਹੀ ਰੱਖਿਆ ਜਾਊਗਾ। ਕੈਮਰਾਮੈਨ ਭਾਨੂ ਪ੍ਰਤਾਪ ਦੇ ਨਾਲ ਪ੍ਰਕਾਸ਼ ਫੁਲਾਰਾ, ਸਕਾਈ ਨਿਊਜ਼ ਪੰਜਾਬ, ਦਿੱਲੀ।